ਹੈਲੋ ਵਿਊਅਰਸ, ਅੱਜ ਜੋ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ ਉਸ ਦਾ ਵਿਸ਼ਾ ਹੈ ਪ੍ਰੈਗਨੈਂਸੀ ਵਿੱਚ ਸਕੈਨ ਔਰ ਅਲਟਰਾਸਾਊਂਡ। ਪ੍ਰੈਗਨੈਂਸੀ ਵਿੱਚ ਅਲਟਰਾਸਾਊਂਡ ਕਦੋਂ ਹੋਣਾ ਚਾਹੀਦਾ ਹੈ? ਸਭ ਤੋਂ ਪਹਿਲੇ ਤਾਂ ਜਦੋਂ ਵੀ ਔਰਤ ਨੂੰ ਪਤਾ ਚੱਲੇ ਕਿ ਉਹ ਪ੍ਰੈਗਨੈਂਟ ਹੈ ਤਾਂ ਉਸ ਕੇਸ ਵਿੱਚ ਉਸਨੂੰ ਆਪਣੇ ਡਾਕਟਰ ਕੋਲ ਔਰ ਗਾਇਨੋਕੋਲੋਜਿਸਟ ਕੋਲ ਜਾਣਾ ਚਾਹੀਦਾ ਹੈ ਅਤੇ ਡੈਫੀਨੇਟਲੀ ਗਾਇਨੋਕੋਲੋਜਿਸਟ ਉਹਦਾ ਅਲਟਰਾਸਾਊਂਡ ਆਰਡਰ ਕਰੇਗਾ, ਕਿਉਂਕਿ ਇਸ ਵਿੱਚ ਇਹ ਦੇਖਣਾ ਜ਼ਰੂਰੀ ਹੁੰਦਾ ਹੈ ਕਿ ਜੋ ਔਰਤ ਆਪਣਾ ਲਾਸਟ ਮੈਂਸਟਰਲ ਪੀਰੀਅਡ ਔਰ ਜਿਸ ਮਾਹਵਾਰੀ ਦਾ ਦਿਨ ਦੱਸ ਰਹੀ ਹੈ ਉਸ ਹਿਸਾਬ ਨਾਲ ਬੱਚੇ ਦੀ ਗਰੋਥ ਹੋ ਰਹੀ ਹੈ ਜਾਂ ਨਹੀਂ ਹੋ ਰਹੀ। ਇਸ ਨੂੰ ਅਸੀਂ ਡੇਟਿੰਗ ਸਕੈਨ ਵੀ ਬੋਲਦੇ ਹਾਂ। ਕਈ ਵਾਰ ਪੀਰੀਅਡਸ ਰੈਗੂਲਰ ਨਹੀਂ ਹੁੰਦੇ ਤਾਂ ਇਸ ਸਕੈਨ ਤੋਂ ਅਸੀਂ ਬੱਚੇ ਦੀ ਗਰੋਥ ਦਾ ਪਤਾ ਕਰ ਸਕਦੇ ਹਾਂ, ਉਸਦੀ ਕਿ ਡਿਲੀਵਰੀ ਦਾ ਟਾਈਮ ਕੀ ਹੋਏਗਾ, ਡਿਲੀਵਰੀ ਦੀ ਐਗਜ਼ੈਕਟ ਡੇਟ ਕਿਉਂ ਹੋਏਗੀ। ਇਹ ਸਕੈਨ ਸਪੈਸ਼ਲੀ ਉਹਨਾਂ ਔਰਤਾਂ ਵਿੱਚ ਬਹੁਤ ਹੈਲਪਫੁਲ ਹੁੰਦਾ ਜਿਨ੍ਹਾਂ ਦੇ ਪੀਰੀਅਡਸ ਰੈਗੂਲਰ ਨਹੀਂ ਹੈ, ਦਿਨ ਅੱਗੇ ਪਿੱਛੇ ਹੋ ਜਾਂਦੇ ਹੈ ਜਾਂ ਉੱਪਰ ਹੋ ਜਾਂਦੇ ਹੈ, ਤਾਂ ਇਸ ਸਕੈਨ ਦਾ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਸਕੈਨ ਜੋ ਇੰਪੋਰਟੈਂਟ ਹੈ ਉਹ ਹੈ ਜਿਸ ਨੂੰ ਅਸੀਂ ND-NB ਸਕੈਨ ਵੀ ਬੋਲਦੇ ਹਾਂ, ਜੋ ਕਿ 2.5 ਤੋਂ 3 ਮਹੀਨੇ ਵਿੱਚ ਹੁੰਦਾ ਹੈ। ਇਹ ਸਕੈਨ ਇਸ ਲਈ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ ਕਿਉਂਕਿ ਇਹ 11 ਤੋਂ 13 ਦੇ ਹਫ਼ਤਿਆਂ ਦੇ ਵਿਚਕਾਰ ਹੀ ਹੁੰਦਾ ਹੈ। ਜੇ ਇਸ ਦਾ ਹੀ ਟਾਈਮ ਪੀਰੀਅਡ ਲੰਘ ਜਾਂਦਾ ਹੈ ਤਾਂ ਇਹ ਸਕੈਨ ਨਹੀਂ ਹੋ ਸਕਦਾ। ਇਸ ਦੇ ਨਾਲ ਕੁਝ ਬਲੱਡ ਟੈਸਟ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਕੰਪਾਈਲ ਕਰਕੇ, ਜਿਨ੍ਹਾਂ ਦੀ ਰਿਪੋਰਟ ਕੰਪਾਈਲ ਕਰਕੇ ਇਹ ਦੇਖ ਸਕਦੇ ਹਾਂ ਕਿ ਕੁਝ ਕ੍ਰੋਮੋਸੋਮਲ ਐਬਨੋਰਮੈਲਿਟੀਜ਼ ਹੈਗੀਆਂ ਜਿਨ੍ਹਾਂ ਦਾ ਰਿਸਕ ਫੀਮੇਲ ਦੇ ਇਸ ਬੱਚੇ ਵਿੱਚ ਕਿੰਨਾ ਹੈ। ਜੇ ਇਹ ਵਿੰਡੋ ਨਿਕਲ ਜਾਂਦੀ ਹੈ ਤਾਂ ਇਹ ਟੈਸਟ ਅਸੀਂ ਮਿਸ ਕਰ ਦਿੰਦੇ ਹਾਂ। ਤੀਸਰਾ ਜੋ ਇੰਪੋਰਟੈਂਟ ਅਲਟਰਾਸਾਊਂਡ ਹੈ ਜਿਸ ਨੂੰ ਕਿ ਅਸੀਂ ਅਨੋਮਲੀ ਸਕੈਨ ਜਾਂ ਲੈਵਲ 2 ਸਕੈਨ ਵੀ ਬੋਲਦੇ ਹਾਂ, ਉਹ ਹੁੰਦਾ 17 ਤੋਂ ਲੈ ਕੇ 22 ਹਫ਼ਤਿਆਂ ਵਿੱਚ, ਇਹ ਚੌਥੇ ਤੋਂ 5ਵੇਂ ਮਹੀਨੇ ਦੇ ਵਿਚਕਾਰ। ਲੈਵਲ 2 ਸਕੈਨ ਇੰਪੋਰਟੈਂਟ ਇਸ ਲਈ ਹੈ ਕਿਉਂਕਿ ਇਹ ਗ੍ਰੋਸਲੀ ਸਾਰੀਆਂ ਕੋਈ ਮੈਲਫੋਰਮੇਸ਼ਨਸ ਹੈ ਇਹ ਪਿਕ ਕਰ ਲੈਂਦਾ। 90 to 95% ਆਫ ਮੈਲਫੋਰਮੇਸ਼ਨਸ ਜਿਹੜੀਆਂ ਹੈ ਇਸ ਸਕੈਨ 'ਤੇ ਪਤਾ ਚੱਲ ਜਾਂਦੀਆਂ ਹਨ। ਅਗਰ ਕੋਈ ਆਪਾਂ ਨੂੰ ਇੰਟਰਵੈਂਸ਼ਨ ਕਰਨ ਦੀ ਲੋੜ ਹੈ ਜਾਂ ਮਦਰ ਨੂੰ ਕੁਝ ਮੈਡੀਸਿਨਸ ਦੇਣ ਦੀ ਲੋੜ ਹੈ ਜਾਂ ਫਿਰ ਬੱਚਾ ਬਾਹਰ ਆ ਕੇ ਸਰਵਾਈਵ ਨਹੀਂ ਕਰ ਸਕਦਾ ਤਾਂ ਉਹ ਮਦਰ 9 ਮਹੀਨੇ ਦਾ ਟਰੋਮਾ ਕਿਉਂ ਝੇਲੇ, ਤਾਂ ਉਸ ਨੂੰ ਆਪਾਂ ਟਰਮੀਨੇਸ਼ਨ ਲਈ ਆਪਾਂ ਫਰਦਰ ਰੈਫਰ ਕਰ ਸਕਦੇ ਹਾਂ ਜਾਂ ਫਿਰ ਫਰਦਰ ਇਨਵੈਸਟੀਗੇਸ਼ਨ ਆਪਾਂ ਨੂੰ ਚਾਹੀਦੀ ਹੈ ਜਸਟ ਟੂ ਕੰਫਰਮ ਥੀਸ ਫਾਈਂਡਿੰਗਸ ਜਿਹੜੀਆਂ ਆਪਾਂ ਲੈਵਲ 2 'ਤੇ ਆਪਾਂ ਨੂੰ ਇਹ ਫਾਈਂਡਿੰਗਸ ਮਿਲੀਆਂ। ਇਹਨਾਂ ਲਈ ਅੱਗੇ ਕੋਈ ਹੋਰ ਟੈਸਟ ਚਾਹੀਦੇ ਇਸ ਲਈ ਪੇਸ਼ੈਂਟ ਨੂੰ ਰੈਫਰ ਕਰ ਸਕਦੇ ਹਾਂ। ਫਿਰ ਨੈਕਸਟ ਸਕੈਨ ਇਜ਼ ਗਰੋਥ ਸਕੈਨ, ਜੋ ਕਿ ਅਸੀਂ 28 to 30 ਵੀਕਸ ਦੇ ਵਿੱਚ ਐਡਵਾਈਜ਼ ਕਰਦੇ ਹਾਂ। 28 to 30 ਮਤਲਬ 6.5 ਤੋਂ 7 ਮਹੀਨੇ ਦੇ ਵਿਚਕਾਰ ਇਸ ਤੋਂ ਪਤਾ ਚੱਲਦਾ ਹੈ ਕਿ ਬੱਚਾ ਐਜ਼ ਪਰ ਜੈਸਟੇਸ਼ਨਲ ਏਜ ਬੱਚੇ ਦੀ ਗਰੋਥ ਹੋ ਰਹੀ ਹੈ, ਬੱਚੇ ਦੇ ਅਰਾਊਂਡ ਪਾਣੀ ਠੀਕ ਹੈ, ਪਲੇਸੈਂਟਾ ਠੀਕ ਹੈ, ਕੌਰਡ ਦੇ ਥਰੂ ਬਲੱਡ ਠੀਕ ਜਾ ਰਿਹਾ ਹੈ। ਔਰ ਜੋ ਲਾਸਟ ਸਕੈਨ ਹੈ ਉਹ ਹੈ ਕਿ ਜਸਟ ਬਿਫੋਰ ਡਿਲੀਵਰੀ ਅਗਰ ਕੁਝ ਵੀ ਸ਼ੰਕਾ ਲੱਗਦੀ ਹੈ ਜਾਂ ਕੋਈ ਵੀ ਇੱਦਾਂ ਦੀ ਕੰਪਲਿਕੇਸ਼ਨ ਲੱਗ ਰਹੀ ਹੈ ਜਿਸ ਲਈ ਬੱਚੇ ਨੂੰ ਜ਼ਿਆਦਾ ਫਰੀਕੁਐਂਟਲੀ ਸਕੈਨ ਦੀ ਜ਼ਰੂਰਤ ਹੈ ਤਾਂ ਆਪਾਂ ਜਲਦੀ ਵੀ ਕਰ ਸਕਦੇ ਹਾਂ। ਬਟ ਲਾਸਟ ਸਕੈਨ 'ਤੇ ਬੱਚੇ ਦੀ ਪ੍ਰੈਜੈਂਟੇਸ਼ਨ ਕਿ ਸਿਰ ਨੀਚੇ ਹੈ, ਪਲੇਸੈਂਟਾ ਠੀਕ ਹੈ, ਨੋਰਮਲ ਡਿਲੀਵਰੀ ਦੇ ਚਾਂਸਿਸ ਹੈ ਜਾਂ ਕੋਈ ਐਬਸੋਲਿਊਟ ਇੰਡੀਕੇਸ਼ਨ ਆਫ ਸਿਜ਼ੇਰੀਅਨ ਸੈਕਸ਼ਨ ਜਿਸ ਵਿੱਚ ਕਿ ਨੋਰਮਲ ਡਿਲੀਵਰੀ ਹੋ ਹੀ ਨਹੀਂ ਸਕਦੀ, ਇਹ ਸਾਰੀਆਂ ਅਸੀਂ ਚੀਜ਼ਾਂ ਡਿਸਾਈਡ ਕਰਦੇ ਹਾਂ। ਸੋ ਇਹ 5 ਸਕੈਨ ਜੋ ਹੈਗੇ ਹੈ ਪ੍ਰੈਗਨੈਂਸੀ ਦੇ ਵਿੱਚ ਹੋਣੇ ਬਹੁਤ ਜ਼ਰੂਰੀ ਹੁੰਦੇ ਹੈ। ਇਸ ਤੋਂ ਇਲਾਵਾ ਜੇ ਕਿਸੇ ਪੇਸ਼ੈਂਟ ਨੂੰ ਕੋਈ ਹਾਈ ਰਿਸਕ ਪ੍ਰੈਗਨੈਂਸੀ ਹੈ, ਕੋਈ ਹੋਰ ਕੰਪਲਿਕੇਸ਼ਨ ਹੈ ਤਾਂ ਸਕੈਨ ਜ਼ਿਆਦਾ ਫਰੀਕੁਐਂਟਲੀ ਵੀ ਕੀਤੇ ਜਾ ਸਕਦੇ ਹਨ। ਥੈਂਕ ਯੂ।